ਸਤਿ ਸ਼੍ਰੀ ਅਕਾਲ। ਸੂਬੇ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਕੁਝ ਅਹਿਮ ਸਵਾਲਾਂ ਦੇ ਉੱਪਰ ਖਬਰਾਂ ਦੀ ਪੜਤਾਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਨੇ। ਇਸ ਦੇ ਉੱਪਰ ਜਾਣਕਾਰੀ ਲਵਾਂਗੇ ਡੱਲਾ ਜੀ ਤੋਂ। ਡੱਲਾ ਜੀ, ਕੀ ਪੂਰੀ ਅਪਡੇਟ ਹੈ ਇਸ ਮਾਮਲੇ ਦੇ ਉੱਪਰ? ਤੇ ਦੂਸਰਾ, ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਕੀ ਪੰਜਾਬ ਪੁਲਿਸ ਨੂੰ ਕੋਈ ਵੱਡੀ ਕਾਮਯਾਬੀ ਉਹਨਾਂ ਦੇ ਹੱਥ ਲੱਗੀ ਹੈ ਡੱਲਾ ਜੀ? देखो मनदीप जी, सब तो पहला तो मैं ये दसना चाहूँगा कि पंजाब दी पुलिस तैयारी कर रही है कि किवें गोल्डी बराड़ नूं कनेडा तो भारत वापस लिआंदा जावे और इहदे लई जिहड़ियां केंद्री एजेंसियां ने उन्हां दे नाल अफसरां दे पੱਧਰ ਦੇ ਉੱਤੇ ਜਿਹੜਾ ਗੱਲਬਾਤ ਦਾ ਸਿਲਸਿਲਾ ਹੈ ਉਹ ਵੀ ਚੱਲ ਰਿਹਾ, ਕਿਉਂਕਿ पंजाब पुलिस ਦੇ ਡੀਜੀਪੀ ਨੇ ਉਸ ਦਿਨ ਕਿਹਾ ਸੀ ਕਿ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਹੈ। और मैनू लगता है पंजाब की पुलिस ने कई पक्ष जिहड़े ने वेरीफाई किए होणगे। और हालांकि जिहड़ा लॉरेंस बिश्नोई है वो पहले ही अदालत दे विच पहुंचिया सी, अपनी सुरक्षा नूं लैके चिंतित है, लेकिन पंजाब पुलिस किते ना किते लॉरेंस बिश्नोई जिहड़ा ग्रुप है उहदे नाल जिहड़ा राबता इन्हां लोकां दा आपस च गोल्डी बराड़ दा इन्हां दा ओनू इन्वेस्टिगेट कर रही है। और कई 2 या 3 लोकां नूं हजे तक जिहड़ी पंजाब दी पुलिस है वो मुख ਜਿਹੜੇ सूत्रधार ने उस कैटागरी च रख के अपनी जांच ਨੂੰ ਅੱਗੇ ਵਧਾ ਰਹੀ ਹੈ। ਉਹਦੇ ਵਿੱਚ ਗੋਲਡੀ ਬਰਾੜ ਵੀ ਹੈ ਜਿਹਨੇ ਤਾਂ ਜ਼ਿੰਮੇਵਾਰੀ ਲੈ ਲਈ ਸੀ ਪੋਸਟ ਤੇ ਸੋਸ਼ਲ ਮੀਡੀਆ ਤੇ। ਔਰ ਇਸੇ ਤਰ੍ਹਾਂ ਜਿਹੜਾ ਦੂਸਰਾ ਪੱਖ ਹੈ ਕਿ ਪੰਜਾਬ ਪੁਲਿਸ ਪੰਜਾਬ 'ਚ ਜਿਹੜਾ ਪੰਜਾਬ ਦੀਆਂ ਜੇਲ੍ਹਾਂ 'ਚ ਜਿਹੜੇ ਗੈਂਗਸਟਰ ਬੈਠੇ ਨੇ ਜਾਂ ਤਿਹਾੜ ਜੇਲ੍ਹ 'ਚ ਜਿਹੜੇ ਗੈਂਗਸਟਰ ਬੈਠੇ ਨੇ, ਕਿ ਉਹਨਾਂ ਦਾ ਵੀ ਕੋਈ ਆਪਸ ਦੇ ਵਿੱਚ ਕੋਈ ਨੈਟਵਰਕ ਤਾਂ ਨਹੀਂ ਸੀ ਕੰਮ ਕਰ ਰਿਹਾ, कोई आपस च नैक्सस तो नहीं सी इस पूरे मामले च काम कर रहा। ਉਹਦੇ ਉੱਪਰ पंजाब पुलिस की ਜਿਹੜੀ इंटैलीजेंस ਦੀਆਂ ਟੀਮਾਂ ਨੇ ਉਹਨਾਂ ਦੀ ਖਾਸ ਨਿਗਰਾਨੀ ਹੈ। और पंजाब ਦੀਆਂ ਜੇਲ੍ਹਾਂ 'ਚ ਬੰਦ ਜਿਹੜੇ ਇਸ ਤਰ੍ਹਾਂ ਦੇ ਨੌਜਵਾਨ ਨੇ ਗੈਂਗਸਟਰ, ਉਹਨਾਂ ਦਾ ਵੀ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਔਰ ਲੰਮੀ ਚੌੜੀ ਜਿਹੜੀ ਸੂਚੀ ਬਣਾਈ ਜਾ ਰਹੀ ਹੈ। ਔਰ ਇੱਥੋਂ ਤੱਕ ਪਤਾ ਲੱਗਿਆ ਇਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਸਿੱਧੂ ਮੂਸੇਵਾਲੇ ਨੂੰ 20 ਤੋਂ ਜ਼ਿਆਦਾ ਵਾਰ ਧਮਕੀਆਂ ਮਿਲੀਆਂ ਸੀ ਅੱਜ ਤੱਕ। ਜੀ ਕਿੰਨੀ ਵਾਰੀ ਧਮਕੀਆਂ ਮਿਲੀਆਂ, ਉਹਦੇ ਕਿਸ ਤਰ੍ਹਾਂ ਦੇ ਐਵੀਡੈਂਸ ਸੀਗੇ, ਧਮਕੀਆਂ ਕਿੰਨਾ ਵੱਲੋਂ ਕੀਤੀਆਂ ਗਈਆਂ, ਉਹਨਾਂ ਦੀ ਜਿਹੜੀ ਉਹਨਾਂ ਦੇ ਵਿਵਰਣ ਹੈ ਜਿਹੜੇ ਉਹ ਵੀ ਪੁਲਿਸ ਵੱਲੋਂ ਇਕੱਠੇ ਕੀਤੇ ਜਾ ਰਹੇ ਨੇ। ਕਿਉਂਕਿ ਇਹ ਕੇਸ ਇੰਨਾ ਜ਼ਿਆਦਾ ਵੱਡਾ ਹੋ ਗਿਆ ਮਨਦੀਪ ਜੀ, ਅਗਰ ਪੰਜਾਬ ਪੁਲਿਸ ਇਸ ਮਾਮਲੇ ਨੂੰ ਹੱਲ ਨਹੀਂ ਕਰੂਗੀ ਤੇ ਇਹ ਪੰਜਾਬ ਦੀ ਸਰਕਾਰ ਤੇ ਸਵਾਲ ਖੜੇ ਰਹਿਣੇ ਹੈ। ਸੋ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਪੁਲਿਸ ਅਫਸਰਾਂ ਨੂੰ ਕਿ ਕਿਸੇ ਵੀ ਕੀਮਤ ਤੇ ਇਸ ਮਾਮਲੇ ਨੂੰ ਅਸੀਂ ਥੋਰਲੀ ਇਨਵੈਸਟੀਗੇਟ ਕਰੀਏ, ਗਹਿਰਾਈ ਤੱਕ ਇਨਵੈਸਟੀਗੇਟ ਕਰੀਏ ਔਰ ਇਸ ਮਾਮਲੇ ਨੂੰ ਅਸੀਂ ਹੱਲ ਕਰੀਏ। ਔਰ ਡੀਜੀਪੀ ਦੇ ਨਿਰਦੇਸ਼ਾਂ ਤੋਂ ਬਾਅਦ ਵੱਡੇ ਅਫਸਰ ਨੇ ਜਿਹੜੇ ਉਹ ਇਸ ਮਾਮਲੇ ਦੀ ਜਾਂਚ ਦੇ ਵਿੱਚ ਰੁੱਝੇ ਹੋਏ ਨੇ। ਹਾਲਾਂਕਿ ਸਾਨੂੰ ਪਤਾ ਹੈ ਇੱਕ ਸਿੱਟ ਹੈ, ਜਿਹੜੀ ਸਿੱਟ ਦਾ ਗਠਨ ਵੀ ਇਸ ਮਾਮਲੇ ਦੇ ਵਿੱਚ ਕੀਤਾ ਗਿਆ। ਔਰ ਜਿੱਥੋਂ ਤੱਕ ਗੱਲ ਰਹੀ ਪ੍ਰਤਾਪ ਬਾਜਵਾ ਹੋਣਾ ਦੀ, ਰਾਜਾ ਵੜਿੰਗ ਹੋਣਾ ਦੀ, ਉਹਨਾਂ ਨੇ ਅੱਜ ਪੰਜਾਬ ਦੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਹੈ। ਰਾਜਾ ਵੜਿੰਗ ਸੀ, ਭਾਰਤ ਭੂਸ਼ਣ ਆਸ਼ੂ ਸੀ, ਡਾਕਟਰ ਰਾਜਕੁਮਾਰ ਚੱਬੇਵਾਲ ਸੀ, ਪ੍ਰਤਾਪ ਬਾਜਵਾ ਲੀਡਰ ਆਫ ਓਪੋਜੀਸ਼ਨ ਉਹ ਤਾਂ ਸੀ, ਇਸ ਤੋਂ ਇਲਾਵਾ ਕਈ ਹੋਰ ਲੀਡਰ ਵੀ ਸੀ। ਇਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਔਰ ਇਹਨਾਂ ਲੋਕਾਂ ਦੀ ਮੰਗ ਇਹ ਹੈ ਕਿ ਪੰਜਾਬ ਦੀ ਸਰਕਾਰ, ਇਹ ਤਾਂ ਖਾਸ ਤੌਰ ਤੇ ਕਹਿੰਦੇ ਨੇ ਕਿ ਮੁੱਖ ਮੰਤਰੀ ਤੇ ਔਰ ਜਿਹੜੇ ਡੀਜੀਪੀ ਨੇ ਉਹਨਾਂ ਦੇ ਉੱਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ, ਕੋਈ ਨਾ ਕੋਈ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਕਾਂਗਰਸੀਆਂ ਦੀ ਮੰਗ ਤਾਂ ਇਹ ਹੈ, ਲੇਕਿਨ ਇਹਦੇ ਨਾਲ ਇੱਕ ਵੱਡੀ ਮੰਗ ਇਹ ਵੀ ਹੈ ਕਿ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੂੰ ਇਹ ਪੂਰਾ ਮਾਮਲਾ ਸੌਂਪਿਆ ਜਾਵੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਪੰਜਾਬ ਦੀ ਸਰਕਾਰ, ਕਿਉਂਕਿ ਉਹਨਾਂ ਨੇ ਲਿਖਿਆ ਸੀ ਕਿ ਸਿਟਿੰਗ ਜੱਜ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕਰ ਸਕਦਾ ਹੈ, ਅਗਰ ਤਾਂ ਕੋਈ ਸਿਟਿੰਗ ਜੱਜ ਹਾਈ ਕੋਰਟ ਦੇ ਇਸ ਪੂਰੇ ਮਾਮਲੇ ਦੀ ਜਾਂਚ ਆਰੰਭਦੇ ਨੇ, ਇੱਕ ਤਾਂ ਉਹ ਪੱਖ ਹੈ। ਦੂਸਰਾ ਪੱਖ ਹੈ ਵੀ ਕੀ ਪੰਜਾਬ ਦੀ ਸਰਕਾਰ ਇਸ ਪੂਰੇ ਮਾਮਲੇ ਨੂੰ CBI ਨੂੰ ਜਾਂ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੂੰ ਸੌਂਪ ਸਕਦੀ ਹੈ। ਹੁਣ ਇਹ ਪੰਜਾਬ ਦੀ ਸਰਕਾਰ ਤੇ ਨਿਰਭਰ ਕਰਦਾ, ਪਰ ਮੇਰਾ ਇਹ ਮੰਨਣਾ ਹੈ ਕਿ ਭਾਵੇਂ NIA ਨੂੰ ਜਾਂਚ ਪੰਜਾਬ ਦੀ ਸਰਕਾਰ ਨਾ ਸੌਂਪੇ, ਭਾਵੇਂ ਹਾਈ ਕੋਰਟ ਦੇ ਕੁਝ ਸਿਟਿੰਗ ਜੱਜ ਇਸ ਮਾਮਲੇ ਦੀ ਜਾਂਚ ਕਰਨ, ਇਹ ਮਾਮਲਾ ਕਿਉਂਕਿ ਦੂਸਰੇ ਮੁਲਕਾਂ ਦੇ ਵਿੱਚ ਬੈਠੇ ਜਿਵੇਂ ਗੋਲਡੀ ਬਰਾੜ ਵਰਗੇ ਲੋਕ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਦਾ ਦਾਇਰਾ ਇਹ ਬਣੇਗਾ ਹੀ ਬਣੇਗਾ। ਔਰ NIA ਦੇ ਅਫਸਰ ਜ਼ਰੂਰ ਇਸ ਮਾਮਲੇ ਦੇ ਵਿੱਚ ਨਜ਼ਰਸਾਨੀ ਕਰਨਗੇ। ਔਰ ਜਿਹੜੀਆਂ ਸਾਡੀਆਂ ਚੌਕਸੀ ਏਜੰਸੀਆਂ ਨੇ ਦੇਸ਼ ਦੀਆਂ ਕਈ, ਉਹ ਪਹਿਲਾਂ ਹੀ ਸਰਗਰਮ ਨੇ। ਜਦੋਂ ਸਿੱਧੂ ਮੂਸੇਵਾਲੇ ਤੇ ਹਮਲਾ ਹੋਇਆ ਔਰ ਜਦੋਂ ਜ਼ਿੰਮੇਵਾਰੀ ਕਥਿਤ ਤੌਰ ਤੇ ਲਈ ਗੋਲਡੀ ਬਰਾੜ ਨੇ ਇੱਕ ਫੇਸਬੁੱਕ ਪੋਸਟ ਪਾ ਕੇ
ਫੇਸਬੁੱਕ ਪੋਸਟ ਦੇ ਜ਼ਰੀਏ। ਉਸ ਤੋਂ ਬਾਅਦ ਤੋਂ ਹੀ ਕੇਂਦਰ ਦੀਆਂ ਏਜੰਸੀਆਂ ਚੌਕਸ ਹੋ ਗਈਆਂ ਸੀ। ਤਿਹਾੜ ਜੇਲ੍ਹ 'ਚ ਵੀ ਜਿਹੜੇ ਕੁਝ ਸ਼ੱਕੀ ਲੋਕ ਅਜਿਹੇ ਬੰਦ ਸੀ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਨਾਲ ਜਾਂ ਪੰਜਾਬ ਦੀ ਜਿਹੜੀ ਬੈਕਗਰਾਊਂਡ ਨਾਲ ਜਿਹੜੇ ਜੁੜੇ ਹੋਏ ਗੈਂਗਸਟਰ ਹੈ ਉਹਨਾਂ ਦੇ ਨਾਲ ਹੈ, ਉਹਨਾਂ ਸਾਰਿਆਂ ਬਾਰੇ ਜਿਹੜੀ ਸਰਵੇਲੈਂਸ ਹੈ ਉਹ ਸ਼ੁਰੂ ਹੋ ਗਈ ਸੀ, ਨਿਗਰਾਨੀ ਸਾਰਿਆਂ ਦੀ ਰੱਖਣੀ ਸ਼ੁਰੂ ਹੋ ਗਈ ਸੀ, ਕਿਉਂਕਿ ਇਹ ਚੌਕਸੀ ਏਜੰਸੀਆਂ ਦਾ ਕੰਮ ਹੈ। ਉਹਦੇ 'ਚ ਇੰਟੈਲੀਜੈਂਸ ਵੀ ਆ, ਉਹਦੇ 'ਚ ਸਾਡੀ CID ਵੀ ਹੈ। ਔਰ ਇਹਨਾਂ ਲੋਕਾਂ ਨੇ ਅੱਜ ਮੰਗ ਕੀਤੀ ਹੈ ਕਿ ਇਹ ਵੀ ਜਾਂਚ ਕੀਤੀ ਜਾਵੇ ਕਿ ਭਗਵੰਤ ਮਾਨ ਹੋਣਾ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਹੋਣਾ ਨੂੰ ਵੱਡੀ ਸਿਕਿਉਰਿਟੀ ਦਿੱਤੀ ਹੈ। ਹਾਲਾਂਕਿ ਮੈਂ ਪ੍ਰਤਾਪ ਬਾਜਵਾ ਜੀ, ਰਾਜਾ ਵੜਿੰਗ ਜੀ, ਇਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਬਹੁਤ ਵੱਡੀ ਗਿਣਤੀ 'ਚ ਜਿਹੜੇ ਗਨਮੈਨ ਨੇ ਉਹਨਾਂ ਨੂੰ ਸਿਕਿਉਰਿਟੀ ਮੁਲਾਜ਼ਮ ਨੇ ਉਹਨਾਂ ਦੀ ਤੈਨਾਤੀ ਕੀਤੀ ਹੈ ਕੇਜਰੀਵਾਲ ਨਾਲ। ਔਰ ਰਾਘਵ ਚੱਡਾ ਜੀ ਦੇ ਨਾਲ ਵੀ ਇਲਜ਼ਾਮ ਸਿਆਸੀ ਇਹ ਹੈ ਕਿ ਰਾਘਵ ਚੱਡਾ ਜੀ ਦੇ ਨਾਲ ਵੀ ਬਹੁਤ ਵੱਡੀ ਗਿਣਤੀ 'ਚ ਅਮਲਾ ਲਾਇਆ ਗਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਕੋਈ ਖਾਸ ਪ੍ਰੋਟੋਕਾਲ ਹੈ? ਕੀ ਇਹ ਪਤਾ ਹੁੰਦਾ ਕਿ ਰਾਜ ਸਭਾ ਮੈਂਬਰ ਨਾਲ ਕਿੰਨੇ ਲੋਕ ਸਿਕਿਉਰਿਟੀ 'ਚ ਲੱਗਦੇ ਨੇ? ਹੁਣ ਸ਼ਮਸ਼ੇਰ ਸਿੰਘ ਦੂਲੋਂ ਹੁਣੀ ਰਿਟਾਇਰ ਹੋਏ, ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਦੇ ਨਾਲ ਕਿੰਨੇ ਸਿਕਿਉਰਿਟੀ ਮੁਲਾਜ਼ਮ ਸੀ? ਕੀ ਉਹਨੇ ਹੀ ਰਾਘਵ ਚੱਡਾ ਜੀ ਨਾਲ ਨੇ ਜਾਂ ਰਾਘਵ ਚੱਡਾ ਜੀ ਦੇ ਨਾਲ ਜ਼ਿਆਦਾ ਸਿਕਿਉਰਿਟੀ ਮੁਲਾਜ਼ਮ ਲੱਗੇ ਨੇ? ਹੁਣ ਇਲਜ਼ਾਮ ਇਹ ਲਾਏ ਨੇ ਪ੍ਰਤਾਪ ਬਾਜਵਾ ਨੇ ਔਰ ਰਾਜਾ ਵੜਿੰਗ ਨੇ ਕਿ ਰਾਘਵ ਚੱਡਾ ਜੀ ਹੋਣ, ਅਰਵਿੰਦ ਕੇਜਰੀਵਾਲ ਹੋਣ, ਇਹਨਾਂ ਦੇ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਸਿਕਿਉਰਿਟੀ ਮੁਲਾਜ਼ਮ ਲਾਏ ਗਏ ਨੇ। ਇਹਦਾ ਕਿਤੇ ਨਾ ਕਿਤੇ ਗਵਰਨਰ ਨੂੰ ਵੀ ਉਹਨਾਂ ਨੇ ਲਿਖ ਕੇ ਦਿੱਤਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਮਾਮਲਾ ਵੱਡਾ ਹੈ। ਇਹ ਭਗਵੰਤ ਮਾਨ ਜੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਰਾਘਵ ਚੱਡਾ ਜੀ ਨਾਲ ਜਾਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਕਿੰਨੇ ਕਿੰਨੇ ਸਿਕਿਉਰਿਟੀ ਦੇ ਮੁਲਾਜ਼ਮ ਲਾਏ ਗਏ ਨੇ। ਉਹਨਾਂ ਨੂੰ ਵੀ ਖਤਰਾ ਹੋਏਗਾ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤੇ ਰਾਘਵ ਚੱਡਾ ਜਾਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਖਤਰਾ ਹੋ ਸਕਦਾ ਹੈ। ਪੰਜਾਬ ਦੀ ਸਰਕਾਰ ਨੇ ਪਿੱਛੇ ਜੇ ਹੋਮ ਮਿਨਿਸਟਰੀ ਨੂੰ ਵੀ ਲਿਖਿਆ ਸੀ, ਦਿੱਲੀ ਪੁਲਿਸ ਨੂੰ ਵੀ ਚਿੱਠੀ ਲਿਖੀ ਗਈ ਸੀ ਕਿ ਜਿਹੜੀ ਸਿਕਿਉਰਿਟੀ ਹੈ ਅਸੀਂ ਚਾਹੁੰਦੇ ਹਾਂ ਕਿ ਵਧਾਈ ਜਾਵੇ ਅਰਵਿੰਦ ਕੇਜਰੀਵਾਲ ਦੀ। ਹਾਲਾਂਕਿ ਉਹਨਾਂ ਨੂੰ ਪਹਿਲਾਂ ਹੀ Z+ ਸਿਕਿਉਰਿਟੀ ਮਿਲੀ ਹੋਈ ਹੈ, ਪਰ ਇਹ ਦੱਸਣਾ ਪਊਗਾ ਪੰਜਾਬ ਦੀ ਸਰਕਾਰ ਨੂੰ ਕਿ ਉਹਨਾਂ ਨਾਲ ਕਿੰਨੇ ਕਿੰਨੇ ਸਿਕਿਉਰਿਟੀ ਦੇ ਮੁਲਾਜ਼ਮ ਨੇ ਔਰ ਉਹਦੇ ਪਿੱਛੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ, ਕੀ ਕੋਈ ਖਤਰੇ ਦਾ ਅੰਦੇਸ਼ਾ ਹੈ। ਹਾਲਾਂਕਿ ਇਹ ਇੱਕ ਵੱਖਰੀ ਡਿਬੇਟ ਹੈ ਕਿ ਅਗਰ ਜ਼ਰੂਰਤ ਤੋਂ ਵੱਧ ਸੁਰੱਖਿਆ ਮੁਲਾਜ਼ਮ ਦਿੱਲੀ ਦੇ ਮੁੱਖ ਮੰਤਰੀ ਨਾਲ ਜਾਂ ਰਾਘਵ ਚੱਡਾ ਜੀ ਨਾਲ ਲਾਏ ਜਾਂਦੇ ਨੇ ਤੇ ਫਿਰ ਬਾਕੀਆਂ ਦੇ ਨਾਲ ਕਿੰਨੇ ਕਿੰਨੇ ਲੱਗੇ ਨੇ, ਕਿਉਂਕਿ ਰਾਜ ਸਭਾ ਦੇ 5 ਮੈਂਬਰ ਨੇ, 2 ਹੋਰ ਬਣਨ ਵਾਲੇ ਨੇ। ਕੀ ਕਿਸੇ ਇੱਕ ਵਿਅਕਤੀ ਨੂੰ ਵੱਧ ਸਿਕਿਉਰਿਟੀ ਦਿੱਤੀ ਗਈ ਹੈ ਜਾਂ ਪ੍ਰੋਟੋਕਾਲ 'ਚ ਸਭ ਨੂੰ ਬਰਾਬਰ ਦਿੱਤੀ ਗਈ ਹੈ? ਸੋ ਇਹ ਸਵਾਲ ਨੇ ਜਿਹੜੇ ਸਿਕਿਉਰਿਟੀ ਦੇ ਖੜੇ ਹੋਏ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਵੀ ਜੂਨ ਮਹੀਨੇ ਦੇ ਵਿੱਚ ਹੋਣਾ ਹੈ। ਵਿਧਾਨ ਸਭਾ ਦੇ ਸੈਸ਼ਨ ਤੇ ਵੀ ਮਨਦੀਪ ਜੀ ਇਸ ਮਸਲੇ ਤੇ ਵੱਡੀਆਂ ਗੱਲਾਂ ਨੇ ਜਿਹੜੀਆਂ ਹੋਣਗੀਆਂ, ਵੱਡੀਆਂ ਡਿਬੇਟਾਂ ਹੋਣਗੀਆਂ ਔਰ ਇਹਦੇ ਤੇ ਕੋਈ ਨਾ ਕੋਈ ਕਾਨੂੰਨ ਬਣ ਜਾਣਾ ਚਾਹੀਦਾ ਹੈ ਜਿਹਦੇ ਤਹਿਤ ਇੱਕ ਪ੍ਰੋਟੋਕਾਲ ਫਿਕਸ ਹੋਵੇ ਕਿ ਰਾਜ ਸਭਾ ਮੈਂਬਰ ਨੂੰ ਕਿੰਨੀ ਸਿਕਿਉਰਿਟੀ, ਮੰਤਰੀ ਨੂੰ ਕਿੰਨੀ ਸਿਕਿਉਰਿਟੀ, ਐਕਸ ਮੰਤਰੀ ਨੂੰ ਕਿੰਨੀ ਸਿਕਿਉਰਿਟੀ, ਐਕਸ MLA ਨੂੰ ਕਿੰਨੀ ਸਿਕਿਉਰਿਟੀ, ਔਰ ਸਾਡੇ ਗਾਇਕ ਨੇ ਜਾਂ ਸਾਡੇ ਕੋਈ ਹੋਰ ਲੋਕ ਨੇ ਅਗਰ ਉਹਨਾਂ ਨੂੰ ਕੋਈ ਖਤਰੇ ਦਾ ਸ਼ੱਕ ਖੜਾ ਹੁੰਦਾ ਤੇ ਉਹਨਾਂ ਨੂੰ ਕਿੰਨੀ ਸਿਕਿਉਰਿਟੀ। ਔਰ ਇਹਦੇ ਨਾਲ ਇੱਕ ਗੱਲ ਹੋਰ ਮੈਨੂੰ ਪਤਾ ਲੱਗੀ ਹੈ ਕਿ ਪੰਜਾਬ ਦੀ ਸਰਕਾਰ ਬਹੁਤ ਬਰੀਕੀ ਦੇ ਨਾਲ ਮੁਆਇਨਾ ਕਰ ਰਹੀ ਹੈ ਕਿ ਜਿਹੜੀ ਸਿੱਧੂ ਮੂਸੇਵਾਲਾ ਉਹਨਾਂ ਦੇ ਨਾਲ ਸਿਕਿਉਰਿਟੀ ਵਾਪਸ ਲਈ ਗਈ ਸੀ ਉਹਦੇ ਪਿੱਛੇ ਕਿਸ ਤਰ੍ਹਾਂ ਦੀਆਂ ਇਨਪੁਟ ਸੀਗੀਆਂ, ਉਹ ਰਿਪੋਰਟ ਕਿੰਨਾ ਅਫਸਰਾਂ ਨੇ ਬਣਾਈ, ਉਹਦੇ ਪਿੱਛੇ ਕੀ ਤੱਥ ਲਏ ਗਏ ਨੇ। ਕਿਉਂਕਿ ਰਾਜਾ ਵੜਿੰਗ ਉਹਨਾਂ ਨੇ ਅੱਜ ਕਿਹਾ, ਰਾਜਾ ਵੜਿੰਗ ਕਹਿੰਦੇ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਸਿੱਧੂ ਮੂਸੇਵਾਲਾ ਜੀ ਨੂੰ 10 ਗਨਮੈਨ ਦਿੱਤੇ ਹੋਏ ਸੀ ਔਰ ਇੱਕ ਗੱਡੀ ਸਰਕਾਰ ਨੇ ਦਿੱਤੀ ਹੋਈ ਸੀ। ਹੁਣ ਸਵਾਲ ਇਹ ਹੈ ਵੀ ਹੁਣ ਉਹਨਾਂ ਕੋਲੇ ਸਿਰਫ 2 ਗਨਮੈਨ ਵਾਪਸ ਬਚੇ ਸੀ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਦੀ ਕਿੰਨੀ ਸਿਕਿਉਰਿਟੀ ਉਹਨਾਂ ਦੀ ਵਿਡਰਾਅ ਹੋਈ, ਇਹ ਵੀ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਹੈ। ਉਹ ਠੀਕ ਹੈ, ਹੁਣ ਸੁਰੱਖਿਆ ਦਾ ਮੁੱਦਾ ਬਹੁਤ ਜ਼ਿਆਦਾ ਗਰਮ ਹੈ, ਸਰਕਾਰਾਂ ਸਾਰਵਜਨਿਕ ਨਹੀਂ ਕਰਨਗੀਆਂ, ਪਰ ਪੁਰਾਣੇ ਮਾਮਲਿਆਂ ਤੇ ਕੋਈ ਨਾ ਕੋਈ ਤਸੱਲੀ ਬਖਸ਼ ਰਿਪਲਾਈ ਹੈ ਜਿਹੜੀ ਉਹ ਸਰਕਾਰਾਂ ਨੂੰ ਦੇਣੀ ਪੈਣੀ ਹੈ। ਔਰ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ ਆ ਮੰਗ ਲਈ ਗਈ ਹੈ। ਮੈਨੂੰ ਲੱਗਦਾ ਕੱਲ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦੱਸੇਗੀ ਕਿ ਅਸੀਂ ਜਿਹੜੀਆਂ ਸਿਕਿਉਰਿਟੀਜ਼ ਵਿਡਰਾਅ ਕੀਤੀਆਂ ਨੇ ਉਹਨਾਂ ਦੇ ਪਿੱਛੇ ਆਧਾਰ ਕੀ ਸੀ। ਕਿਉਂਕਿ ਅਗਰ ਅਸੀਂ ਇਹ ਮੰਨ ਲਈਏ ਕਿ ਸਿਰਫ ਘੱਲੂਘਾਰਾ ਕਰਕੇ ਸਿਕਿਉਰਿਟੀ ਵਿਡਰਾਅ ਕੀਤੀ ਗਈ ਸੀ ਤਾਂ ਕੀ ਘੱਲੂਘਾਰਾ ਸਮਾਗਮਾਂ ਤੋਂ ਬਾਅਦ ਸਾਰੇ ਲੋਕਾਂ ਦੀ ਸਿਕਿਉਰਿਟੀ ਉਹਨਾਂ ਨੂੰ ਵਾਪਸ ਦਿੱਤੀ ਜਾਏਗੀ? ਇਹ ਵੀ ਸਰਕਾਰ ਹੈ ਜਿਹੜੀ ਕੱਲ ਅਦਾਲਤ 'ਚ ਆਪਣਾ ਰੁਖ ਸਾਫ਼ ਕਰ ਸਕਦੀ ਹੈ। ਡੱਲਾ ਜੀ, ਘੱਲੂਘਾਰੇ ਦੇ ਸੰਬੰਧ ਵਿੱਚ ਗੱਲ ਕਰੀਏ ਤਾਂ ਕੀ ਸੁਰੱਖਿਆ ਦੇ ਇੰਤਜ਼ਾਮ ਨੇ ਜਿਹੜੇ ਘੱਲੂਘਾਰੇ ਦੇ ਸੰਬੰਧ ਵਿੱਚ ਕੀਤੇ ਗਏ ਨੇ, ਤੇ ਦੂਸਰਾ VVIP ਸੁਰੱਖਿਆ ਨੂੰ ਲੈ ਕੇ ਕਿਹੜੇ ਨਵੇਂ ਅਪਡੇਟ ਨੇ ਜਿਹੜੇ ਉਹ ਸਾਹਮਣੇ ਆਏ ਨੇ? ਦੇਖੋ, ਜਿੱਥੋਂ ਤੱਕ ਘੱਲੂਘਾਰਾ ਨੂੰ ਸਮਾਗਮਾਂ ਨੂੰ ਲੈ ਕੇ ਹੈ, 6 ਜੂਨ ਤੋਂ ਪਹਿਲਾਂ ਵੀ
ਸੁਰੱਖਿਆ ਦੇ ਚੌਕਸ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਜਾਂਦੇ ਨੇ, ਪਿਛਲੇ ਸਮੇਂ 'ਚ ਵੀ ਕੀਤੇ ਗਏ ਔਰ ਇਸ ਵਾਰ ਵੀ ਪੁਲਿਸ ਵੱਲੋਂ ਕੀਤੇ ਗਏ। ਔਰ ਪੰਜਾਬ ਦੀ ਪੁਲਿਸ ਨੇ ਇਸ ਵਾਰ ਕੇਂਦਰ ਸਰਕਾਰ ਨੂੰ, ਹੋਮ ਮਿਨਿਸਟਰੀ ਨੂੰ ਚਿੱਠੀ ਲਿਖੀ ਸੀ ਔਰ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਕੇਂਦਰੀ ਸੁਰੱਖਿਆ ਬਲ ਨੇ ਜਿਹੜੇ ਸਿਕਿਉਰਿਟੀ ਕੇਂਦਰ ਵਾਲੀ ਉਹ ਮੰਗੀ ਸੀ। ਹਾਲਾਂਕਿ 10 ਜਿਹੜੀਆਂ ਕੰਪਨੀਆਂ ਨੇ ਉਹ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਮਨਜ਼ੂਰ ਕੀਤੀਆਂ ਸੀ ਔਰ 10 ਕੰਪਨੀਆਂ ਦੀ ਤੈਨਾਤੀ ਹੈ ਜਿਹੜੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ। ਸੂਬਾ ਸਰਕਾਰ ਦਾ ਕਹਿਣਾ ਸੀ ਕਿ ਸਾਡੇ ਕੋਲੇ ਪੁਲਿਸ ਫੋਰਸ ਘੱਟ ਹੈ, ਅਸੀਂ ਲੈਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਦਰੁਸਤ ਬਣਾ ਕੇ ਰੱਖਣਾ ਹੈ, ਇਸ ਕਰਕੇ ਸਾਨੂੰ ਵਾਧੂ ਫੋਰਸ ਹੈ ਜਿਹੜੀ ਉਹ ਭੇਜੀ ਜਾਵੇ। 10 ਕੰਪਨੀਆਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ, ਜਿਨ੍ਹਾਂ ਦੇ ਵਿੱਚੋਂ 10 ਦੀਆਂ 10 ਕੰਪਨੀਆਂ ਪੰਜਾਬ 'ਚੋਂ ਤੈਨਾਤ ਹੈ, ਅੰਮ੍ਰਿਤਸਰ ਵਿੱਚ ਵੀ ਤੈਨਾਤ ਕੀਤੀਆਂ ਗਈਆਂ ਨੇ ਔਰ ਹੋਰ ਸੰਵੇਦਨਸ਼ੀਲ ਸ਼ਹਿਰਾਂ ਦੇ ਵਿੱਚ ਜਿਹੜੀ ਪੁਲਿਸ ਹੈ, ਪੁਲਿਸ ਨੇ ਆਪਣੇ ਸੁਰੱਖਿਆ ਦੇ ਜ਼ਰੂਰਤਾਂ ਦੇ ਮੁਤਾਬਕ ਉਹਨਾਂ ਨੂੰ ਤੈਨਾਤ ਕੀਤਾ ਹੈ। ਇਸ ਤੋਂ ਇਲਾਵਾ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਸਿਕਿਉਰਿਟੀ ਮੁਲਾਜ਼ਮ ਨੇ ਜਿਹੜੇ ਵੱਖ-ਵੱਖ ਲੀਡਰਾਂ ਨਾਲ, ਸਾਬਕਾ ਪੁਲਿਸ ਅਫਸਰਾਂ ਦੇ ਨਾਲ, ਕੁਝ VVIPs ਲੋਕਾਂ ਦੇ ਨਾਲ ਜਿਹੜੇ ਲੱਗੇ ਹੋਏ ਸੀ ਸੁਰੱਖਿਆ ਮੁਲਾਜ਼ਮ, ਉਹਨਾਂ ਨੂੰ ਵਾਪਸ ਬੁਲਾਇਆ ਗਿਆ। ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਸੀ, ਉਹਨਾਂ ਦੇ ਨਾਲ ਵੀ ਗਨਮੈਨ ਸੀ, ਉਹਨਾਂ ਸਾਰਿਆਂ ਨੂੰ ਵਾਪਸ ਬੁਲਾ ਲਿਆ ਗਿਆ। ਲਗਭਗ, ਬਿਲਕੁਲ ਸਾਰਿਆਂ ਨੂੰ ਨਹੀਂ, ਉਹਨਾਂ 'ਚੋਂ ਵੱਡੀ ਗਿਣਤੀ ਨੂੰ ਵਾਪਸ ਬੁਲਾ ਲਿਆ ਗਿਆ। ਸੋ ਜਿਹਦੇ ਕਰਕੇ ਹੁਣ ਪੰਜਾਬ ਦੀ ਪੁਲਿਸ ਦੀ ਕੋਸ਼ਿਸ਼ ਹੈ ਕਿ ਜਿਹੜੇ ਲੋਕ ਅਸੀਂ ਸੁਰੱਖਿਆ ਦੇ ਤੌਰ ਤੇ, ਸੁਰੱਖਿਆ ਗਾਰਡ ਦੇ ਤੌਰ ਤੇ ਦਿੱਤੇ ਸੀ ਲੀਡਰਾਂ ਨੂੰ, ਪੁਲਿਸ ਅਫਸਰਾਂ ਨੂੰ, ਐਕਸ MLAs ਨੂੰ, ਉਹਨਾਂ ਨੂੰ ਜਿਹਨਾਂ ਨੂੰ ਵਾਪਸ ਬੁਲਾਇਆ ਗਿਆ, ਉਹਨਾਂ ਸਾਰਿਆਂ ਨੂੰ ਹੀ ਅਸੀਂ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਤੈਨਾਤ ਕਰੀਏ ਜਾਂ ਕਿਤੇ ਵੀ ਅਗਰ ਐਮਰਜੈਂਸੀ ਸਾਨੂੰ ਲੋੜ ਪੈਂਦੀ ਹੈ ਤੇ ਅਸੀਂ ਉੱਥੇ ਤੈਨਾਤ ਕਰੀਏ। ਸੋ ਉਹਨਾਂ ਜੋ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਔਰ ਸਾਰੇ ਸੂਬਿਆਂ ਦੇ ਵਿੱਚ ਹੀ ਜਿਹੜੀਆਂ ਇੰਟੈਲੀਜੈਂਸ ਦੀਆਂ ਇਨਪੁਟਸ ਨੇ ਉਹਨਾਂ ਨੂੰ ਬਹੁਤ ਮੈਨਿਊਟਲੀ ਵਾਚ ਕੀਤਾ ਜਾ ਰਿਹਾ ਹੈ। ਕਿਤੇ ਵੀ ਕੋਈ ਧਮਕੀ ਭਰੀ ਚਿੱਠੀ ਆਉਂਦੀ ਹੈ, ਕੋਈ ਦੇਸ਼ ਵਿਰੋਧੀ ਕਿਤੇ ਰਣਨੀਤੀ ਬਣਦੀ ਹੈ, ਉਹਦੀ ਸਾਰੇ ਤੇ ਨਜ਼ਰ ਰੱਖੀ ਜਾ ਰਹੀ ਹੈ। ਔਰ ਪਿਛਲੇ ਸਮਿਆਂ 'ਚ ਜਦੋਂ ਅਸੀਂ ਦੇਖਿਆ ਕਿ ਜਿਹੜੇ ਘੱਲੂਘਾਰਾ ਸਮਾਗਮ ਸੀ ਉਹਨਾਂ ਤੋਂ ਪਹਿਲਾਂ ਉਦੋਂ ਵੀ ਸਿਕਿਉਰਿਟੀ ਦਾ ਇੰਤਜ਼ਾਮ ਵੱਡਾ ਕੀਤਾ ਗਿਆ ਸੀ ਔਰ ਇਸ ਵਾਰ ਵੀ ਵੱਡਾ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਉਹ ਕੀਤਾ ਜਾ ਰਿਹਾ ਹੈ। ਡੱਲਾ ਜੀ, ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਕਿਹੜੇ ਨਵੇਂ ਅਪਡੇਟ ਸਾਹਮਣੇ ਆਏ ਨੇ? ਦੇਖੋ, ਜਿਹੜੇ ਦਿੱਲੀ ਦੇ ਸਿਹਤ ਮੰਤਰੀ ਨੇ ਡਾਕਟਰ ਸਤਿੰਦਰ ਜੈਨ, ਸਤਿੰਦਰ ਜੈਨ ਜਿਹੜੇ ਦਿੱਲੀ ਦੇ ਸਿਹਤ ਮੰਤਰੀ ਨੇ, ਉਹਨਾਂ ਦੀ ਗ੍ਰਿਫਤਾਰੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਸੀ। ਇਲਜ਼ਾਮ ਇਹ ਲੱਗੇ ਸੀ ਕਿ ਉਹਨਾਂ ਨੇ ਫਰਜ਼ੀ ਸ਼ੈਲ ਕੰਪਨੀਆਂ ਦੇ ਜ਼ਰੀਏ ਟ੍ਰਾਂਜੈਕਸ਼ਨ ਕੀਤੀ ਹੈ। ਸੋ ਪੈਸੇ ਦਾ ਆਦਾਨ ਪ੍ਰਦਾਨ ਹੈ ਜਿਹੜਾ ਉਹ ਕੀਤਾ ਗਿਆ ਹੈ। ਇਹਨਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ ਉਹਨਾਂ ਦੇ ਖਿਲਾਫ CBI ਵੱਲੋਂ ਵੀ ਕੇਸ ਦਰਜ ਕੀਤਾ ਗਿਆ ਸੀ ਪੁਰਾਣੇ ਸਮੇਂ 'ਚ ਔਰ ਹੁਣ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਦੇ ਵਿੱਚ ਨੇ। ਬਲਕਿ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ, ਖਾਸ ਤੌਰ ਤੇ BJP ਵਾਲੇ ਨੇ, ਅੱਜ ਚੰਡੀਗੜ੍ਹ ਦੇ ਵਿੱਚ ਅਸ਼ਵਨੀ ਸ਼ਰਮਾ ਨੇ ਜਿਹੜੇ ਪੰਜਾਬ BJP ਦੇ ਪ੍ਰਧਾਨ, ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਵੀ ਭਗਵੰਤ ਮਾਨ ਦੀ ਸਰਕਾਰ ਤੇ, ਸਿੱਧੂ ਮੂਸੇਵਾਲਾ ਜੀ ਦੀ ਸਿਕਿਉਰਿਟੀ ਦੇ ਮਾਮਲੇ ਦੇ ਉੱਤੇ ਔਰ ਪੰਜਾਬ ਦੇ ਲੈਂਡ ਆਰਡਰ ਦੇ ਮਸਲੇ ਦੇ ਉੱਤੇ ਚੰਗੇ ਸਿਆਸੀ ਇਲਜ਼ਾਮ ਨੇ ਜਿਹੜੇ ਲਾਏ ਨੇ। ਔਰ ਦਿੱਲੀ ਦੇ ਵਿੱਚ ਜਿਹੜੇ BJP ਦੇ ਲੀਡਰ ਨੇ ਉਹ ਇਹ ਮੰਗ ਕਰ ਰਹੇ ਨੇ ਕਿ 48 ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਦੇ ਸਤਿੰਦਰ ਜੈਨ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਦੇ ਵਿੱਚ ਨੇ, ਅਰਵਿੰਦ ਕੇਜਰੀਵਾਲ ਜੀ ਨੇ ਹਜੇ ਤੱਕ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਕਿਉਂ ਨਹੀਂ ਹਟਾਇਆ। ਇਹ ਦਿੱਲੀ ਦੇ ਜਿਹੜੇ BJP ਦੇ ਲੀਡਰ ਨੇ ਉਹ ਮੰਗ ਕਰ ਰਹੇ ਨੇ, ਕਿਉਂਕਿ ਦਿੱਲੀ 'ਚ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਆਮਣੇ ਸਾਹਮਣੇ ਨੇ। ਅਕਸਰ ਉੱਥੇ ਪੋਲੀਟੀਕਲ ਇਲਜ਼ਾਮ ਵੀ ਇੱਕ ਦੂਜੇ ਤੇ ਲੱਗਦੇ ਨੇ, ਇੱਕ ਦੂਜੇ ਤੇ ਦੋਸ਼ ਵੀ ਲਾਏ ਜਾਂਦੇ ਨੇ। ਇਸ ਕਰਕੇ ਸਤਿੰਦਰ ਜੈਨ ਉਹਨਾਂ ਦੇ ਮਸਲੇ ਦੇ ਉੱਤੇ ਵੀ ਦਿੱਲੀ ਦੇ ਵਿੱਚ ਖੂਬ ਸਿਆਸਤ ਹੋ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਫਸਾਇਆ ਗਿਆ ਹੈ, ਗਲਤ ਤਰੀਕੇ ਨਾਲ ਉਹਨਾਂ ਨੂੰ ਫਸਾਇਆ ਗਿਆ ਹੈ। ਉਹਨਾਂ ਦੇ ਖਿਲਾਫ ਜਿਹੜੇ ਐਲੀਗੇਸ਼ਨ ਨੇ ਉਹ ਫਰਜ਼ੀ ਨੇ ਔਰ ਬਹੁਤ ਜਲਦ ਉਹ ਇਸ ਪੂਰੇ ਮਾਮਲੇ ਦੇ ਵਿੱਚੋਂ ਬਰੀ ਹੋ ਕੇ ਨਿਕਲਣਗੇ। ਉਹਨਾਂ ਬਾਰੇ ਇਹ ਗੱਲ ਹੈ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਜਦੋਂ ਇਲਜ਼ਾਮ ਲਾਏ ਜਾਂਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਾਊਂਟਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੇ ਲੀਡਰ ਇਹੋ ਗੱਲ ਕਹਿ ਰਹੇ ਨੇ ਕਿ ਸਤਿੰਦਰ ਜੈਨ ਹੋਣੀ, ਕਿਉਂਕਿ ਉਹ ਹਿਮਾਚਲ ਦੇ ਪ੍ਰਭਾਰੀ ਸੀ, ਇਸ ਕਰਕੇ ਜਾਣਬੁੱਝ ਕੇ ਉਹਨਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਫਸਾਇਆ ਗਿਆ ਹੈ। ਜੀ ਮਨਦੀਪ। ਸੋ ਡੱਲਾ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਇਸ ਖਾਸ ਪ੍ਰੋਗਰਾਮ ਦੇ ਲਈ ਕੱਢਿਆ। ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਹਾਂ। ਡੱਲਾ ਜੀ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਮਨਦੀਪ।